ਐਸ਼ ਦੀ ਜ਼ਿੰਦਗੀ ਜਿਉਣੀ ਹੈ ਨਾ, ਜਾਂ ਤਾਂ ਉਹ ਲੀਡਰ ਬਣ ਜੇ ਜਾਂ ਬਣ ਜੇ ਬਾਬਾ। ਯਾਰ ਇੱਥੇ ਤਾਂ ਪੜ੍ਹੇ ਲਿਖੇ ਵੀ ਅਨਪੜ੍ਹ ਬਣੇ ਬੈਠੇ ਆ ਨਾ ਬਾਬਿਆਂ ਪਿੱਛੇ। ਕੀ ਕਦੇ ਕਿਸੇ ਨੇ ਜਾਣਨਾ ਚਾਹਿਆ ਵੀ ਸਰਸੇ ਵਾਲੇ ਦਾ ਕੀ ਬੈਕਗਰਾਉਂਡ ਸੀਗਾ, ਰਾਮ ਰਹੀਮ ਦਾ ਕੀ ਬੈਕਗਰਾਉਂਡ ਸੀ, ਜਾਂ ਭਨਿਆਰੇ ਵਾਲੇ ਦਾ ਕੀ ਬੈਕਗਰਾਉਂਡ ਸੀਗਾ, ਜਾਂ ਰਾਧਾ ਸਵਾਮੀਆਂ ਦਾ ਕੀ ਬੈਕਗਰਾਉਂਡ ਸੀ, ਬਾਬੇ ਰਾਮਦੇਵ ਦਾ ਕੀ ਬੈਕਗਰਾਉਂਡ ਸੀ। ਜੇਕਰ ਇਹਨਾਂ ਦੀ ਸਿੱਧੀ ਰੱਬ ਦੇ ਨਾਲ ਹੁੰਦੀ ਆ ਤਾਂ ਇਹ ਰੱਬ ਨੂੰ ਕਹਿ ਕੇ ਇੰਨਾ ਕਿਉਂ ਨਹੀਂ ਗਰੀਬਾਂ ਨੂੰ ਦਬਾਨ ਦੇ ਕੇ ਭਾਈ ਕੋਈ ਵੀ ਜਿਹੜਾ ਭੁੱਖਾ ਨਾ ਸੌਵੇ। ਜੇਕਰ ਬਾਬਿਆਂ ਕੋਲੇ ਇੰਨੀ ਹੀ ਸ਼ਮਤਾ ਹੈਗੀ ਆ ਤਾਂ ਸਾਡੇ ਦੇਸ਼ ਦੇ ਵਿੱਚ ਲੋਕ ਫੁੱਟਪਾਥਾਂ ਤੇ ਕਿਉਂ ਸੌਂਦੇ ਆ? ਉਹ ਇੱਕ ਬਾਬੇ ਨੂੰ ਕਹਿੰਦੇ ਉਹਦੇ ਚ ਫ੍ਰਿਜ ਜੀ ਬੰਦ ਕਰੀ ਬੈਠੇ ਕਿੰਨੇ ਸਾਲਾਂ ਦੇ, ਹਜੇ ਕਹਿੰਦੇ ਵੀ ਉਹ ਵੀ ਕਹਿੰਦੇ ਆਉਣਗੇ। ਇਹ ਹੋ ਸਕਦਾ ਹੈ? ਜੇ ਉਸ ਦਿਨ ਕੇਸ ਤੁਹਾਡਾ ਸੋਲਵ ਹੋ ਜਾਂਦਾ ਫਿਰ ਤਾਂ ਤੁਸੀਂ ਉਸ ਬਾਬੇ ਨੂੰ ਮੰਨਦੇ ਹੋ ਵੀ ਸਾਡਾ ਤਾਂ ਗੁਰੂ ਹੀ ਇਹ ਆ। ਜੇ ਕੇਸ ਸੋਲਵ ਨਹੀਂ ਨਾ ਹੁੰਦਾ, ਤੁਸੀਂ ਬਾਬੇ ਕੋਲੇ ਜਾਂਦੇ ਹੋ ਕਿ ਬਾਬਾ ਜੀ ਸਾਡਾ ਕੇਸ ਸੋਲਵ ਨਹੀਂ ਹੋਇਆ, ਤਾਂ ਬਾਬੇ ਨੇ ਤੁਹਾਨੂੰ ਇਹ ਨਹੀਂ ਕਹਿਣਾ ਕਿ ਭਾਈ ਮੈਂ ਗਲਤ ਸੀ, ਮੈਂ ਤੁਹਾਨੂੰ ਵਹਿਮ ਭਰਮ ਦੇ ਵਿੱਚ ਪਾਇਆ। ਸਗੋਂ ਬਾਬਾ ਇਹ ਕਹੂਗਾ ਕਿ ਤੁਹਾਡੇ ਦੇ ਵਿੱਚ ਆਹ ਅੜਚਨ ਆ ਰਹੀ ਆ ਤੇ ਉਸ ਅੜਚਨ ਨੂੰ ਦੂਰ ਕਰਨਾ ਤਾਂ ਉਪਾਅ ਇੱਕ ਹੋਰ ਕਰਨਾ ਪਊ। ਉਹ ਤਾਂ ਆਪਣੀਆਂ ਫਿਲਮਾਂ ਦਾ ਆਪ ਹੀ ਡਾਇਰੈਕਟਰ, ਕਦੇ ਬਾਬੇ ਫਿਲਮਾਂ ਬਣਾਉਂਦੇ ਹੁੰਦੇ ਆ। ਜੇਕਰ ਤੁਸੀਂ ਉਹਦੇ ਕੋਲੇ ਜਾਣ ਦਾ ਸਮਾਂ ਕੱਢ ਲੈਂਦੇ ਹੋ ਤਾਂ ਬਾਈ ਕਦੇ ਉਹਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਵੀ ਕਰ ਲਿਆ ਕਰੋ। ਤੁਸੀਂ ਬਿਜ਼ਨਸ ਕਰ ਰਹੇ ਹੋ ਪਰ ਇੰਨੇ ਅੰਨੇ ਹੋ ਕੇ ਵੀ ਬਿਜ਼ਨਸ ਨਾ ਕਰੋ, ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ। ਸਤਿ ਸ੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਰੋਜ਼ਾਨਾ ਇਹ ਦਿਨ ਅਸੀਂ ਇਸ਼ਤਿਹਾਰ ਪੜ੍ਹਦੇ ਹਾਂ ਜਾਂ TV ਸਕਰੀਨਾਂ ਤੇ ਵੱਡੀਆਂ ਐਡਸ ਜਿਹੜੀਆਂ ਨੇ ਉਹ ਦੇਖਦੇ ਹਾਂ। ਇਸ਼ਤਿਹਾਰ ਹੁੰਦੇ ਕਿਹਦੇ ਨੇ, ਐਡਸ ਹੁੰਦੀਆਂ ਕਿਹਨਾਂ ਦੀਆਂ ਨੇ? ਪਖੰਡੀ ਬਾਬਿਆਂ ਦੀਆਂ। ਦਰਅਸਲ ਗੱਲ ਕਰਨੀ ਇਸ ਵਿਸ਼ੇ ਤੇ ਲਾਜ਼ਮੀ ਸੀ ਕਿ ਪਖੰਡੀ ਬਾਬੇ ਕੌਣ ਹੁੰਦੇ ਨੇ ਤੇ ਪਖੰਡੀ ਬਾਬੇ ਐਡੇ ਵੱਡੇ ਚੈਨਲਾਂ ਤੇ ਵੱਡੇ ਅਖਬਾਰਾਂ ਤੇ ਇਸ਼ਤਿਹਾਰ ਕਿਉਂ ਦਿੰਦੇ ਨੇ, ਤੇ ਪਖੰਡੀ ਬਾਬਿਆਂ ਕੋਲੇ ਲੋਕ ਪਹੁੰਚਦੇ ਕਿਉਂ ਨੇ, ਖਾਸ ਕਰ ਲੋਕ ਪਹੁੰਚਦੇ ਕਿਹੜੇ ਨੇ। ਇਸ ਦੇ ਬਾਬਤ ਜਿਹੜੀ ਆ ਗੱਲਬਾਤ ਰਹੇਗੀ, ਅੱਜ ਦਾ ਵਿਸ਼ਾ ਰਹੇਗਾ। ਮੇਰੇ ਨਾਲ ਮੇਰੇ ਸਹਿਯੋਗੀ ਰਤਨ ਧਾਲੀਵਾਲ ਹੋਣਗੇ। ਧਾਲੀਵਾਲ ਸਾਹਿਬ ਕੀ ਹਾਲ ਚਾਲ ਹੈ? ਵਧੀਆ ਜੀ, ਠੀਕ ਠਾਕ। ਧਾਲੀਵਾਲ ਸਾਹਿਬ, ਜਿਵੇਂ ਪਖੰਡੀ ਬਾਬਿਆਂ ਦੀ ਗੱਲਬਾਤ ਕੀਤੀ ਆ, ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਹਾਂ ਕਿ ਪਖੰਡੀ ਬਾਬੇ ਜਿਹੜੇ ਆ ਦਿਨ ਬ ਦਿਨ ਪ੍ਰਚਲਿਤ ਹੁੰਦੇ ਜਾਂਦੇ ਆ। ਬਾਬੇ ਕਿਸੇ ਨੇ ਕੋਈ ਬਾਬਾ, ਕਿਸੇ ਨੇ ਕੋਈ ਬਾਬਾ, ਜਾਣੋ ਕਹਿੰਦੇ ਕਿ ਆਪਾਂ ਅਕਸਰ ਹੀ ਗੱਲ ਕਰਦੇ ਹਾਂ, ਜੇ ਸੱਥਾਂ ਦੇ ਵਿੱਚ ਕਿਤੇ ਵੀ ਬੈਠਦੇ ਹਾਂ, ਕਹਿੰਦੇ ਆ ਕਿ ਜੇਕਰ ਸਭ ਤੋਂ ਵਧੀਆ ਸਾਧਨ ਕਮਾਈ ਦਾ ਬਣਾਉਣਾ ਨਾ ਤਾਂ ਬੰਦਾ ਬਾਬਾ ਬਣ ਜੇ, ਤੇ ਉਸ ਤੋਂ ਵਧੀਆ ਕਮਾਈ ਦਾ ਸਾਧਨ ਕੋਈ ਨਹੀਂ ਹੋ ਸਕਦਾ। ਇਹਦੇ ਪਿੱਛੇ ਜਿਹੜਾ ਤੁਸੀਂ ਪ੍ਰਚਲਿਤ ਕਿਹਾਗਾ, ਇਹਦੇ ਪਿੱਛੇ ਬੜੇ ਸਾਰੇ ਕਾਰਨ ਆ। ਰਾਜਨੀਤਿਕ ਕਾਰਨ ਵੀ ਆ, ਸਮਾਜਿਕ ਕਾਰਨ ਵੀ ਆ। ਜੇ ਆਪਾਂ ਤੀਜੀ ਗੱਲ ਲੈਂਦੇ ਆ, ਜਿਹੜਾ ਸਾਡਾ ਧਾਰਮਿਕ ਢਾਂਚਾ ਬਾਂਚਾਗਾ, ਉਹ ਵੀ ਬੜਾ ਵੱਡਾ ਕਾਰਨ ਆ। ਇਹਦੇ ਤੇ ਵੀ ਬੜੇ ਲੋਕਾਂ ਨੂੰ ਕਿੰਤੂ ਪ੍ਰੰਤੂ ਹੋ ਜਾਊਗਾ। ਕਿਉਂਕਿ ਜੇ ਹੁਣ ਅਸੀਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ, ਚਾਹੇ ਉਹ ਦਿੱਲੀ ਵਾਲੀ ਕਮੇਟੀ ਹੋਵੇ, ਚਾਹੇ ਉਹ ਅੰਮ੍ਰਿਤਸਰ ਵਾਲੀ ਕਮੇਟੀ ਹੋਵੇ, SGPC ਹੋਵੇ, ਚਾਹੇ DSG ਹੋਵੇ, ਚਾਹੇ ਹਰਿਆਣਾ ਵਾਲੀ ਹੋਵੇ, ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਜਿਹੜੇ ਲੋਕਾਂ ਨੂੰ ਇਹਦੇ ਤੇ ਬੋਲਣਾ ਚਾਹੀਦਾ ਸੀ ਉਹ ਉਸ ਢੰਗ ਨਾਲ ਨਹੀਂ ਬੋਲੇ। ਹਾਲਾਂਕਿ ਪਹਿਲਾਂ ਵਾਲੇ ਦੌਰ 'ਚ ਉਹ ਬੋਲਦੇ ਰਹੇ ਆ, ਪਰ ਜਿਵੇਂ ਜਿਵੇਂ ਇਹ ਲੋਕਾਂ ਦੇ ਉੱਤੇ ਵੀ ਸਰਕਾਰਾਂ ਦਾ ਹੱਥ ਹੋ ਗਿਆ, ਜਦੋਂ ਕਹਿੰਦੇ ਆ ਵੀ ਜਥੇਦਾਰੀ ਜਾਂ SGPC ਦੇ ਜਿਹੜੇ ਪ੍ਰਧਾਨ ਆ ਨਾ, ਜਦੋਂ ਉਹ ਆਉਣ ਲੱਗ ਗਏ ਵੀ ਚਿੱਠੀਆਂ 'ਚੋਂ ਨਿਕਲਣ ਲੱਗ ਗਏ ਜਾਂ ਲੀਡਰਾਂ ਦੀਆਂ ਜੇਬਾਂ 'ਚੋਂ ਨਿਕਲਣ ਲੱਗ ਗਏ ਨਾ, ਉਹ ਉਦੋਂ ਬਾਅਦ ਇਹਨਾਂ ਦਾ ਪ੍ਰਭਾਵ ਜ਼ਿਆਦਾ ਵਧਿਆ ਹੈਗਾ। ਡੇਰੇ ਦੇ ਵਿੱਚ ਕਿਹੜਾ ਲੀਡਰ ਨਹੀਂ ਜਾਂਦਾ, ਸਾਰੇ ਜਾਂਦੇ ਨੇ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਹੁਣ ਸੋਚਣ ਦਾ ਵਿਸ਼ਾ ਬਣੀ ਹੋਈ ਆ, ਜਿਹੜੇ ਅਦਾਰੇ ਨੇ ਵੱਡੇ ਅਦਾਰੇ, ਚਾਹੇ ਤੁਸੀਂ ਕੋਈ ਮਰਜ਼ੀ ਅਦਾਰਾ ਚੱਕ ਲਓ, ਚਾਹੇ ਤੁਸੀਂ ਪ੍ਰਿੰਟ ਮੀਡੀਆ ਚੱਕ ਲਓ, ਚਾਹੇ ਇਲੈਕਟ੍ਰੋਨਿਕ ਮੀਡੀਆ ਚੱਕ ਲਓ, ਇਹਦੇ 'ਚ ਅਸੀਂ ਲੋਕ ਵੀ ਬੜੇ ਦੋਸ਼ੀ ਆ, ਕਿਉਂਕਿ ਅਸੀਂ ਇਹਨੂੰ ਪ੍ਰਮੋਟ ਕਰ ਰਹੇ ਹਾਂ। ਤੇ ਸਭ ਤੋਂ ਵੱਡਾ ਫਿਰ ਨਾਮ ਆਉਂਦਾਗਾ ਲੋਕਾਂ ਦਾ। ਜਦੋਂ ਲੋਕ ਪਿੱਛੇ ਲੱਗਦੇ ਤੇ ਲੀਡਰ ਵੀ ਉੱਥੋਂ ਹੀ ਪਕੜ ਕਰਦੇ ਆ ਵੀ ਲੋਕ ਤਾਂ ਅੰਨੇ ਹੋਏ ਵੇ ਨੇ, ਲੋਕ ਅੰਨੇ ਹੋਏ ਵੇ ਨੇ। ਪਿਛਲੇ ਦਿਨੀ ਜੇ ਨਵਜੋਤ ਸਿੰਘ ਸਿੱਧੂ ਦਾ ਆਇਆ ਸੀਗਾ ਵੀ ਅਸੀਂ 100 ਏਕੜ ਦੇ ਦਾਂਗੇ ਇੱਕ ਡੇਰੇ ਨੂੰ, ਉਹਦਾ ਕਾਰਨ ਕੀ ਆ? ਕੱਲ ਪਰਸੋਂ ਤਸਵੀਰਾਂ ਆਈਆਂ, ਸੁਖਬੀਰ ਸਿੰਘ ਬਾਦਲ ਵੀ ਇੱਕ ਕਿਸੇ ਗੁਰੂ ਜੀ ਦੇ ਚਰਨਾਂ 'ਚ ਬੈਠੇ ਸੀਗੇ, ਤੇ ਤਸਵੀਰਾਂ ਹੁੰਦੀਆਂ ਨਹੀਂ ਪਹਿਲਾਂ ਤੋਂ ਹੀ ਆਉਂਦੀਆਂ ਗਈਆਂ। ਤੇ ਐਂ ਵੀ ਨਹੀਂ, ਕਈ ਲੋਕ ਇੱਥੋਂ ਤੱਕ ਵੀ ਕਹਿ ਦਿੰਦੇ ਵੀ ਜਿਹੜਾ ਡੇਰਾਬਾਦ ਆ ਉਹ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਫੈਲਿਆ ਵਾਗਾ, ਜਾਂ ਵਹਿਮ ਭਰਮ ਜਿਹੜੇ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਫੈਲੇ ਵੇ ਆ। ਤੁਸੀਂ ਹਰਿਆਣੇ ਚਲੇ ਜਾਓ, ਰਾਜਸਥਾਨ ਚਲੇ ਜਾਓ, ਦਿੱਲੀ ਚਲੇ, ਜਿਹੜੇ ਮਰਜ਼ੀ ਸੂਬੇ ਚਲੇ ਜਾਓ, ਪੂਰੇ ਹਿੰਦੁਸਤਾਨ ਦੀ ਜੇ ਅਸੀਂ ਗੱਲ ਕਰਦੇ ਹਾਂ, ਹਾਂ ਬਹੁਤ ਰੰਗੀ ਦੇਸ਼ ਆ ਇਹ, ਬਹੁਤ ਧਰਮਾਂ ਦਾ ਦੇਸ਼ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਹੜੇ ਵਹਿਮ ਭਰਮ ਆ ਨਾ, ਉਹ ਵੀ ਕਿਤੇ ਨਾ ਕਿਤੇ ਉਵੇਂ ਹੀ ਉਤਰੇ ਆ, ਕਿਉਂਕਿ
ਇੱਕ ਸਿੰਪਲ ਜੀ ਗੱਲ ਆ, ਪਿੱਛੇ ਜੇ ਇੱਕ ਗਾਣਾ ਵੀ ਆਇਆ ਸੀਗਾ ਹੈ ਬੇਬੇ ਮੈਂ ਸੰਤ ਬਣੂੰਗਾ, ਇਦਾਂ ਕਰਕੇ ਗਾਣਾ ਵੀ ਆਇਆ ਹਾਂ। ਤੇ ਆਮ ਲੋਕ ਵੀ ਜਦੋਂ ਸੱਥਾਂ ਦੇ ਵਿੱਚ ਬਹਿੰਦੇ ਆ ਜਾਂ ਅਸੀਂ ਆਫ ਕੈਮਰਾ ਵੀ ਗੱਲ ਕਰਦੇ ਆ ਤਾਂ ਆਮ ਹੀ ਇਹ ਗੱਲ ਪੜ੍ਹਿਆ ਲਿਖਿਆ ਵਰਗ ਵੀ ਕਰਦਾਗਾ ਵੀ ਜੇ ਅੱਜ ਕੱਲ੍ਹ ਕਿਸੇ ਨੇ ਵਧੀਆ ਐਸ਼ ਦੀ ਜ਼ਿੰਦਗੀ ਜਿਉਣੀ ਹੈ ਨਾ, ਜਾਂ ਤਾਂ ਉਹ ਲੀਡਰ ਬਣ ਜੇ ਜਾਂ ਬਣ ਜੇ ਬਾਬਾ। ਪਰ ਇਹਦੇ ਤੇ ਲੋਕਾਂ ਨੂੰ ਸੋਚਣਾ ਪਊਗਾ। ਪਿਛਲੇ ਦਿਨੀ ਇੱਕ ਇੱਥੋਂ ਆਪਣੇ ਨੇੜਲੇ ਦਾ ਪਿੰਡ ਆ, ਸ਼ਾਇਦ ਤੁਸੀਂ ਹੀ ਪਿਛਲੇ ਤੋਂ ਪਿਛਲੇ ਸਾਲ ਇੱਕ ਸਟੋਰੀ ਕਰੀ ਸੀਗੀ, ਰਿਪੋਰਟ ਆਈ ਸੀਗੀ ਆਪਣੇ ਚੈਨਲ ਤੇ, ਉਹ ਕਿਵੇਂ ਉੱਤੋਂ ਡਿੱਗਦੇ ਆ ਰਹੇ ਨੇ ਲੋਕ, ਬੜੇ ਸਾਰੇ ਲੋਕ ਉਹ ਵੀ ਹਨਾ। ਇਹ ਜਿਹੀਆਂ ਜੋ ਚੀਜ਼ਾਂ ਸਾਹਮਣੇ ਆਉਂਦੀਆਂ ਗੀਆਂ, ਪਰ ਇਹ ਸੋਚਣਾ ਤਾਂ ਲੋਕਾਂ ਨੂੰ ਹੀ ਪਊਗਾ। ਪਰ ਕਿਹਨਾਂ ਦਾ ਹੱਥ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ? ਲੀਡਰਾਂ ਦਾ। ਤੇ ਖਾਸ ਕਰਕੇ ਜੇ ਅਸੀਂ ਆਪਣੇ ਵਾਲੇ ਢਾਂਚੇ ਦੀ ਗੱਲ ਕਰਦੇ ਹਾਂ ਜਾਂ ਆਪਣੇ ਵਾਲੇ ਸਿਸਟਮ ਦੀ ਗੱਲ ਕਰਦੇ ਹਾਂ, ਵੱਡੇ ਵੱਡੇ ਅਦਾਰੇ ਵੀ ਲੱਗੇ ਹੋਏ ਆ, ਕਿਵੇਂ ਇਸ਼ਤਿਹਾਰ ਚੱਲਦੇ ਆ ਧੜਾ ਧੜ, ਇੱਥੋਂ ਤੱਕ ਵੀ ਕੋਈ ਚੇਤਾਵਨੀ ਵੀ ਨਹੀਂ ਲਿਖੀ ਹੁੰਦੀ। ਇਹ ਵੀ ਬੜੀ ਵੱਡੀ ਗੱਲ ਹੈ ਨਾ। ਤੁਸੀਂ ਬਿਜ਼ਨਸ ਕਰ ਰਹੇ ਹੋ ਪਰ ਇੰਨੇ ਅੰਨੇ ਹੋ ਕੇ ਵੀ ਬਿਜ਼ਨਸ ਨਾ ਕਰੋ, ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ। ਇੱਕ ਪਾਸੇ ਤਾਂ ਬੜੇ ਚੈਨਲ ਇਹ ਵੀ ਕਹਿੰਦੇ ਨੇ ਵੀ ਇਹ ਅਸੀਂ ਸੱਚੀ ਖਬਰ ਦੇ ਰਹੇ ਹਾਂ ਹੈ, ਪਰ ਦੂਜੇ ਪਾਸੇ ਥੱਲੇ ਜਿਹੜਾ ਕੁਝ ਚੱਲ ਰਿਹਾ ਹੁੰਦਾ ਕਿ ਉਹ ਤੁਸੀਂ ਸੱਚੀ ਖਬਰ ਦੇਣ ਦੇ ਹੱਕਦਾਰ ਹੋ। ਇਹ ਵੀ ਗੱਲਾਂ ਸਾਹਮਣੇ ਆਉਂਦੀਆਂ। ਅੱਛਾ, ਇੱਕ ਚੀਜ਼ ਇੱਥੇ ਹੋਰ ਆ ਰਤਨ, ਕਿ ਇਹ ਪਖੰਡੀ ਬਾਬੇ ਜਿਹੜੇ ਆ ਨਾ, ਇਹ ਜਦੋਂ ਕਿਤੇ ਹੋਰਾਂ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਲੋਕ ਆਖ ਦਿੰਦੇ ਆ ਕਿ ਭਾਈ ਇਹ ਤਾਂ ਜਿਹੜੇ ਆ ਭਲਾ ਕਰਦੇ ਆ ਲੋਕਾਂ ਦਾ। ਯਾਰ ਇਹੋ ਜਿਹਾ ਭਲਾ ਕਿਹੜਾ, ਜੇਕਰ ਤੁਸੀਂ ਕੋਈ ਚੀਜ਼ ਕਰਵਾਉਣੀ ਆ ਨਾ ਕਿਸੇ ਤੋਂ, ਉਹਦੇ ਤੋਂ ਕੋਈ ਉਪਾਅ ਕਰਾਉਣਾ, ਜਿਵੇਂ ਉਹਨਾਂ ਦੀ ਭਾਸ਼ਾ ਦੇ ਵਿੱਚ ਕਹੀਏ ਉਪਾਅ ਕਰਾਉਣਾ, ਤਾਂ ਬੜੇ ਵੱਡੇ ਪੈਸੇ ਮੰਗੇ ਜਾਂਦੇ ਆ। ਬਹੁਤ ਵੱਡੀ ਜਿਹੜੀ ਆ ਮੰਗ, ਵੱਡੀ ਡਿਮਾਂਡ ਜਿਹੜੀ ਆ ਉਹ ਕੀਤੀ ਜਾਂਦੀ ਹੈ। ਇੱਥੇ ਮੈਂ ਦੱਸ ਦੇਵਾਂ ਕਿ ਵੱਡੇ ਅਦਾਰੇ ਜਿਹੜੇ ਇਹਨਾਂ ਦੇ ਇਸ਼ਤਿਹਾਰ ਕਿਉਂ ਲਾਉਂਦੇ ਆ। ਇਹ ਜਿਹੜੇ ਬਾਬੇ ਹੁੰਦੇ ਆ ਨਾ, ਪਖੰਡੀ ਬਾਬੇ, ਇਹ ਪੈਸੇ ਨਹੀਂ ਦੇਖਦੇ ਕਿ ਕੋਈ ਅਦਾਰਾ ਕਿੰਨੇ ਮੰਗ ਰਿਹਾ। ਇਹਨਾਂ ਨੇ ਸਿਰਫ ਆਪਣਾ ਇਸ਼ਤਿਹਾਰ ਦੇਣਾ ਹੁੰਦਾ, 1 ਮਹੀਨੇ ਦਾ, 15 ਦਿਨ ਦਾ, 7 ਦਿਨਾਂ ਦਾ। ਤੇ ਸ਼ਾਇਦ ਜੇ ਉਹਨਾਂ 7 ਦਿਨਾਂ ਦੇ ਵਿੱਚ, 15 ਦਿਨਾਂ ਦੇ ਵਿੱਚ ਕੋਈ 2-4 ਜਿਹੜੇ ਲੋਕ ਆ ਉਹ ਇਹਨਾਂ ਦੇ ਭਰਮ ਦੇ ਵਿੱਚ ਫਸ ਜਾਂਦੇ, ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਆ, ਤਾਂ ਉਹਨਾਂ ਤੋਂ ਵਸੂਲਿਆ ਸਾਰੀ ਉਮਰ ਜਾਂਦਾ। ਕਿਸ ਕਦਰ ਵਸੂਲਿਆ ਜਾਂਦਾ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਆਹ ਦਿਖਾ ਕੇ ਤੁਹਾਡਾ ਇਹ ਗਲਤ ਆ ਜੀ, ਤੁਹਾਡਾ ਇਹ ਗਲਤ ਆ, ਤੁਹਾਡਾ ਇਹ ਗਲਤ ਆ। ਤਾਂ ਫਿਰ ਇਹ ਚੀਜ਼ ਆ ਕਿ ਇੱਥੇ ਯਾਰ ਮਤਲਬ ਇਹ ਇੰਨਾ ਪੈਸਾ ਕਮਾ ਕਿਵੇਂ ਲੈਂਦੇ ਆ? ਇਹ ਵੀ ਤੁਸੀਂ ਬੜੀ ਵੱਡੀ ਗੱਲ ਕੀਤੀ ਆ। ਇਹ ਵੀ ਸੋਚਣ ਦੀ ਗੱਲ ਆ ਵੀ ਜਦੋਂ ਇੱਕ ਵਾਰੀ ਇਸ਼ਤਿਹਾਰ ਚੱਲ ਗਿਆ, ਜਿਹੜੇ ਇੱਕ ਬੰਦੇ ਨੇ ਕਾਲ ਕਰ ਲਈ ਉਹਨਾਂ ਨੂੰ, ਜਿਹੜਾ ਉਹਨਾਂ ਦੇ ਜਾਲ 'ਚ ਫਸ ਗਿਆ, ਉਹ ਤਾਂ ਸਾਰੀ ਉਮਰ ਲਈ ਫਸਾਏਗਾ ਨਾ। ਜਾਂ ਉਹਦੀ 1 ਮਹੀਨੇ ਦੀ ਚੇਨ ਬਣਦੀ ਜਾਂਦੀ, ਹਾਂ ਉਹਦੀ 1 ਮਹੀਨੇ ਦੀ ਕਮਾਈ ਜਾਂ ਉਹਦੀ ਸਾਰੀ ਉਮਰ ਦੀ ਕਮਾਈ ਉਧਰ ਲੱਗ ਜਾਂਦੀ ਆ। ਹਾਂ, 1-2 ਜਾਦੂ ਮੰਤਰ ਇਹ ਕਰਕੇ ਵੀ ਦਿਖਾ ਦਿੰਦੇ, ਜਿਵੇਂ ਪਹਿਲਾਂ ਤਰਕਸ਼ੀਲ ਸੁਸਾਇਟੀਆਂ ਬਣੀਆਂ, ਉਹਨਾਂ ਨੇ ਵੀ ਬੜਾ ਕੈਮੀਕਲ ਵੀ ਦਿਖਾਉਂਦੇ ਆ ਵੀ ਕਿਵੇਂ ਖੂਨ ਦੇ ਛਿੱਟੇ ਵੱਜਦੇ ਆ, ਇੱਦਾਂ ਉਹ ਬੜੀਆਂ ਚੀਜ਼ਾਂ ਆਉਂਦੀਆਂ। ਜਿਵੇਂ ਆਪਾਂ ਪਿਛਲੇ ਦਿਨੀ ਮੁਲਾਕਾਤ ਕਰੀ ਸੀ ਰਜਿੰਦਰ ਸਿੰਘ ਭਦੌੜ ਦੇ ਨਾਲ, ਉਹ ਵੀ ਬੜਾ ਕੁਝ ਦੱਸਦੇ ਨੇ। ਪਰ ਅਸਲ ਦੇ ਵਿੱਚ ਜਿਹੜਾ ਸਾਰਾ ਇਹ ਢਾਂਚਾ ਗਾ ਨਾ, ਸਮਾਜਿਕ ਢਾਂਚਾ, ਉਹਨੂੰ ਵੀ ਕਿਤੇ ਨਾ ਕਿਤੇ ਸੋਚਣਾ ਪਊ, ਸਮਝਣਾ ਪਊ। ਖਾਸ ਕਰਕੇ ਜਿਹੜੇ ਵੱਡਿਆਂ ਅਦਾਰਿਆਂ ਦੇ ਮਾਲਕ ਨੇ ਨਾ, ਉਹਨਾਂ ਨੂੰ ਇਹ ਗੱਲਾਂ ਤੇ ਸੋਚਣਾ ਪਊ ਵੀ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਸੱਚ ਦੀ, ਤੇ ਦੂਜੇ ਪਾਸੇ ਅਸੀਂ ਹੀ ਉਹ ਸੱਚ ਦੇ ਥੱਲੇ ਜਿਹੜਾ ਕੁਝ ਦਿਖਾ ਰਹੇ ਹਾਂ ਕੀ ਉਹ ਸਾਬਤ ਕਰਦਾ। ਲੋਕ ਕਿਵੇਂ ਮੰਨ ਲੈਣਗੇ ਵੀ ਤੁਹਾਡੀ ਖਬਰ ਜਾਂ ਤੁਹਾਡੇ ਦੁਆਰਾ ਦੱਸੀ ਵੀ ਗੱਲ ਇਹ ਸਹੀ ਹੋਊਗੀ? ਇਹ ਵੀ ਬੜਾ ਵੱਡਾ ਸਵਾਲ ਆ ਨਾ। ਤੇ ਦੂਜੇ ਪਾਸੇ ਹੁਣ ਲੀਡਰਾਂ ਦੀ ਗੱਲ ਕਰਦੇ ਆ, ਬੜੇ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਦੇ ਗੁੱਟ ਤੇ ਬੜੀਆਂ ਖੰਮਣੀਆਂ ਬੰਨੀਆਂ ਹੁੰਦੀਆਂ ਗੀਆਂ, ਉਂਗਲਾਂ ਦੇ ਵਿੱਚ ਕਿਵੇਂ ਨਗ ਪਾਏ ਹੁੰਦੇ ਆ, ਤੇ ਗੱਲਾਂ ਕਰਦੇ ਆ ਪੰਜਾਬ ਨੂੰ ਬਚਾਉਣ ਦੀਆਂ। ਸਭ ਤੋਂ ਵੱਡੀ ਗੱਲ ਆ, ਉਹ ਕਹਿੰਦੇ ਆ ਵੀ ਹਾਂ ਪਰਿਵਾਰਕ ਜਦੋਂ ਕਿਸੇ ਦੇ ਉੱਤੇ ਕਿੰਤੂ ਪਰੰਤੂ ਹੁੰਦਾਗਾ ਹੈ, ਤੁਸੀਂ ਪਰਿਵਾਰਕ ਕਿੰਤੂ ਪਰੰਤੂ ਕਰੋ, ਕੋਈ ਕਿਸੇ ਨੂੰ ਨਹੀਂ ਉਹ, ਪਰ ਤੁਸੀਂ ਉਹ ਗੱਲਾਂ ਤੇ ਵੀ ਰਹੋ ਨਾ। ਡੰਡੌਤ ਬੰਦਨਾ ਕਰਕੇ ਤੁਸੀਂ ਗੁਰਦੁਆਰਿਆਂ 'ਚ ਜਾਂਦੇ ਹੋ, ਡੰਡੌਤ ਬੰਦਨਾ ਕਰਕੇ ਤੁਸੀਂ ਮੰਦਿਰਾਂ ਦੇ ਵਿੱਚ ਜਾਂਦੇ ਹੋ, ਲੋਕਾਂ ਦਾ ਤੁਸੀਂ ਵਿਸ਼ਵਾਸ ਤੋੜਦੇ ਹੋ। ਬਿਲਕੁਲ ਹੈ, ਸਹੁੰ ਦੇ ਉੱਤੋਂ ਵੀ ਤੁਸੀਂ ਵਿਸ਼ਵਾਸ ਚੱਕਤਾ ਲੋਕਾਂ ਦਾ। ਹੈ, ਲੋਕਾਂ ਦਾ ਜਿਹੜਾ ਮਾਈਂਡ ਹੈ ਨਾ, ਲੋਕਾਂ ਦਾ ਮਾਈਂਡ ਆਪਾਂ ਅੱਗੇ ਵੀ ਇਹ ਜਿੰਨੀ ਡਿਸਕਸ਼ਨ ਕਰਦੇ ਆ ਵੀ ਸਾਡਾ ਏਜੰਡਾ ਸਿਰਫ ਲੋਕ ਨਹੀਂ, ਵੀ ਲੋਕ ਜਾਗਣ। ਬੇਸ਼ੱਕ ਸੇ ਸਾਨੂੰ ਗਾਲਾਂ ਕੱਢਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਨੂੰ ਗਾਲਾਂ ਕੱਢੀ ਜਾਣ, ਹੱਸ ਕੇ ਕੱਢਿਆ ਕਰਨ। ਪਰ ਇਹ ਆ ਵੀ ਜੇ ਕੋਈ ਵੀ 4 ਬੰਦੇ ਗੱਲ ਸੁਣ ਕੇ ਸਮਝ ਗਏ ਨਾ, ਉਹਨਾਂ ਦੇ ਖਪਾੜ ਖੁੱਲ ਗਿਆ, ਤਾਂ ਫਿਰ ਉਦੋਂ ਬਾਅਦ ਇਹ ਹੈ ਵੀ ਉਹ ਗਾਂ ਕਿੰਨੇ ਬੰਦਿਆਂ ਨੂੰ ਦੱਸਣਗੇ। ਜਿਵੇਂ ਇਹ ਲੋਕ ਚੈਨ ਬਣਾਉਂਦੇ ਆ, ਤਾਂ ਸਮਝਦਾਰ ਬੰਦਿਆਂ ਨੂੰ ਵੀ ਆਪਣੀ ਚੇਨ ਬਣਾਉਣੀ ਚਾਹੀਦੀ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾਗਾ। ਪਰ ਦੂਜੇ ਪਾਸੇ ਜਦੋਂ ਕੋਈ ਵੀ ਬੰਦਾ ਕਿੰਤੂ ਪਰੰਤੂ ਕਰਦਾ, ਪਿਛਲੇ ਦਿਨੀ ਆਪਣੇ ਹੀ ਇੱਥੇ ਤਲਵੰਡੀ ਸਾਬੋ ਦੇ ਲਾਗੇ ਜਿਹੜਾ ਟੂਣੇ ਟੰਮਣ ਵਾਲਾ ਹੋਇਆ, ਇੱਕ ਪਰਿਵਾਰ ਨੇ ਵਿਰੋਧ ਕੀਤਾ। ਉਦੋਂ ਬਾਅਦ ਕਈ ਇਹੋ ਜਿਹੇ ਵੀ ਫੋਨ ਕਾਲ ਆਏ ਜਾਂ ਕਈ ਪੱਤਰਕਾਰ ਭਰਾਵਾਂ ਨੇ ਇਹ ਵੀ ਦੱਸਿਆ ਵੀ ਉਹ ਪਰਿਵਾਰ ਵੀ ਕਿਤੇ ਨਾ ਕਿਤੇ ਦਬ ਗਿਆ। ਦਬਣ ਦਾ ਕਾਰਨ ਕੀ ਸੀ ਕਿ ਉਹਨਾਂ ਨਾਲ ਕੋਈ ਹੋਰ ਬਹੁ ਗਿਣਤੀ ਖੜੇ ਨਹੀਂ, ਜਾਂ ਉਹ ਲੋਕ ਤਾਂ ਜਮੀ ਨਹੀਂ ਖੜੇ ਜਿਨ੍ਹਾਂ ਨੂੰ ਖੜਨਾ ਚਾਹੀਦਾ ਸੀ, ਖਾਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਜਾਂ ਜਿਹੜੇ ਕਥਾਵਾਚਕ ਨੇ, ਜਾਂ ਜਿਹੜੇ ਸਿੱਖਾਂ ਦੀ ਆਪਾਂ ਕਹਿ ਦਈਏ ਵੀ ਕਹਿੰਦੇ ਨੇ ਵੀ ਅਸੀਂ ਹੀ ਸਿੱਖਾਂ ਦੇ ਰਖਵਾਲੇ ਆ। ਬੜੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਪ੍ਰਚਾਰਕ ਕਹਿੰਦੇ ਨੇ ਵੀ ਅਸੀਂ ਸਿੱਖਾਂ ਦੇ ਰਖਵਾਲੇ ਆ ਜਾਂ ਅਸੀਂ ਹੀ ਸਾਰਾ ਕੁਝ ਜਾਣਦੇ ਆ, ਫਿਰ ਉਹ ਲੋਕ ਉਹਨਾਂ ਦੇ ਨਾਲ ਖੜੇ ਵੀ ਨਹੀਂ। ਇਹ ਆਪਾਂ ਇਹ ਨਹੀਂ ਗੱਲ ਕਰਦੇ ਵੀ ਆਪਾਂ ਇੱਥੇ ਸਿੱਖਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਹਿੰਦੂ ਧਰਮ ਹੋਵੇ ਚਾਹੇ ਮੁਸਲਮਾਨ ਧਰਮ ਹੋਵੇ, ਜਿੱਥੇ ਵੀ ਵਹਿਮ ਭਰਮ ਫੈਲਦਾ ਨਾ, ਉਹਨਾਂ ਦੇ ਵਿੱਚ ਬੜੇ ਚੰਗੇ ਬੰਦੇ ਵੀ ਹੈਗੇ ਆ ਜਿਹੜੇ ਹਮੇਸ਼ਾ ਸੱਚ ਤੇ ਹੱਕ ਦੀ ਗੱਲ ਕਰਦੇ ਨੇ।
ਨੇ, ਪਰ ਉਹਨਾਂ ਦੇ ਨਾਲ ਜਦੋਂ ਕੋਈ ਬੰਦਾ ਖੜਦਾ ਨਹੀਂ, ਅਗਲਾ ਚੁੱਪ ਕਰਕੇ ਘਰੇ ਬਹਿ ਜਾਂਦਾ, ਅਗਲਾ ਕਹਿ ਜਾਂਦਾ ਯਾਰ ਅਸੀਂ ਕੀ ਲੈਣਾਗਾ। ਅੱਛਾ ਰਤਨ, ਇੱਥੇ ਇੱਕ ਚੀਜ਼ ਹੋਰ ਆ ਯਾਰ, ਜਦੋਂ ਇਹਨਾਂ ਦੇ ਸ਼ਾਇਦ ਨਾ ਦਿਨ ਹੁੰਦੇ ਆ ਕੋਈ, ਜਿੱਦਾਂ ਹੁਣ ਸ਼ਨੀਵਾਰ ਹੋ ਗਿਆ, ਵੀਰਵਾਰ ਹੋ ਗਿਆ, ਜਾਂ ਹੋਰ ਵੱਖੋ-ਵੱਖ ਦਿਨ ਹੁੰਦੇ ਆ ਹਨਾ ਜੀ, ਉਹਨਾਂ ਦਿਨਾਂ ਦੇ ਵਿੱਚ ਜੇਕਰ ਆਪਾਂ ਦੇਖਦੇ ਆ ਨਾ, ਜੇਕਰ ਉੱਥੇ ਭੀੜ ਲੱਗੀ ਹੁੰਦੀ ਹੈ, ਐਤਵਾਰ ਦਾ ਦਿਨ ਹੋਗਾ, ਭੀੜ ਲੱਗੀ ਹੁੰਦੀ ਆ, ਉੱਥੇ ਇਹ ਨਹੀਂ ਕਿ ਅਨਪੜ੍ਹ ਵਰਗ ਜਾਂਦਾ, ਉੱਥੇ ਇਹ ਨਹੀਂ ਕਿ ਉਹ ਤਬਕਾ ਜਿਹਨੂੰ ਆਪਾਂ ਕਹਿ ਦਈਏ ਕਿ ਯਾਰ ਇਹਦੇ ਤੱਕ ਐਜੂਕੇਸ਼ਨ ਨਹੀਂ ਪਹੁੰਚੀ, ਉੱਥੇ ਬਹੁਤ ਗਿਣਤੀ ਉਹ ਵਰਗ ਜਿਹੜਾ ਜਾਂਦਾਗਾ, ਜਿਹੜਾ ਵਰਗ ਐਜੂਕੇਟ ਹੁੰਦਾ, ਜਿਹੜੇ ਆਫੀਸਰ ਹੁੰਦੇ ਆ, ਵੱਡੇ ਵੱਡੇ ਅਹੁਦਿਆਂ ਤੇ ਹੁੰਦੇ ਆ, ਉਹ ਵੀ ਉੱਥੇ ਜਾਂਦੇ ਆ, ਉਹ ਵੀ ਜਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗਦੇ ਆ, ਉਹ ਜੋ ਕਹਿੰਦੇ ਆ ਉਹ ਚੀਜ਼ਾਂ ਕਰਦੇ ਆ। ਜਿਵੇਂ ਤੁਸੀਂ ਦੱਸਿਆ ਕਿ ਖੰਮਣੀਆਂ ਬਣਦੇ ਆ, ਉਸ ਤੋਂ ਬਾਅਦ ਜਿਹੜਾ ਹੱਥਾਂ ਦੇ ਵਿੱਚ ਅੰਗੂਠੀਆਂ ਤੱਕ ਪਾਈਆਂ ਜਾਂਦੀਆਂ, ਉਹ ਸਭ ਚੀਜ਼ਾਂ ਹੁੰਦੀਆਂ ਨੇ। ਅਸੀਂ ਇੱਕ ਕਹਿਣੇ ਆ ਕਿ ਅਸੀਂ ਐਜੂਕੇਟ ਵਰਗ ਨਹੀਂ ਹੈਗਾ, ਉਹ ਜਾਂਦਾ ਆ। ਯਾਰ ਇੱਥੇ ਤਾਂ ਪੜ੍ਹੇ ਲਿਖੇ ਵੀ ਅਨਪੜ੍ਹ ਬਣੇ ਬੈਠੇ ਆ ਇਹਨਾਂ ਬਾਬਿਆਂ ਪਿੱਛੇ। ਜ਼ਿਆਦਾ ਜਿਹੜੇ ਉੱਚ ਪਦਵੀਆਂ ਤੇ ਕਈ ਬੰਦੇ ਹੁੰਦੇ ਆ ਨਾ, ਜਾਂ ਜਿਹੜੇ ਜ਼ਿਆਦਾ ਲੀਡਰ ਲੋਕ ਹੁੰਦੇ ਆ, ਇਹ ਵੀ ਕਿਹਾ ਜਾਂਦਾ ਹੈਗਾ ਜਿਹੜੇ ਨਾਲ ਦੇ ਰਹਿੰਦੇ ਉਹ ਚੰਗੀ ਤਰ੍ਹਾਂ ਜਾਣਦੇ ਆ, ਉਹ ਸ਼ਾਇਦ ਗੱਲ ਸੁਣ ਕੇ ਹੱਸਣਗੇ ਵੀ ਇਹ ਕੰਨਾਂ ਦੇ ਬੜੇ ਕੱਚੇ ਹੁੰਦੇ ਨੇ ਤੇ ਵਿਸ਼ਵਾਸ ਨਹੀਂ ਛੇਤੀ ਕਿਸੇ ਤੇ ਕਰਦੇ, ਪਰ ਜਿਹਤੇ ਕਰਦੇ ਨੇ ਉਹ ਤੇ ਇੰਨਾ ਵਿਸ਼ਵਾਸ ਕਰਦੇ ਨੇ। ਖਾਸ ਕਰਕੇ ਜਿਹੜੀਆਂ ਆਹ ਗੱਲਾਂ ਹੁੰਦੀਆਂ ਨਾ ਵਹਿਮਾਂ ਭਰਮਾਂ ਵਾਲੀਆਂ, ਵੀ ਮੈਂ ਅੱਜ ਫਲਾਣੇ ਦਿਨ ਮੈਂ ਚਿੱਟੇ ਰੰਗ ਦਾ ਹੀ ਕੁੜਤਾ ਪਜਾਮਾ ਪਾਉਣਾਗਾ, ਜਾਂ ਮੈਂ ਫਲਾਣੇ ਦਿਨ ਮੈਂ ਲਾਲ ਰੰਗ ਦਾ ਹੀ ਪੱਗ ਬੰਨਣੀ ਆ, ਜਾਂ ਲਾਲ ਰੰਗ ਦਾ ਰੁਮਾਲ ਆਪਣੇ ਗਲੇ 'ਚ ਪਾ ਕੇ ਰੱਖਣਾਗਾ, ਜਿਹੜੀ ਕਿ ਇਹ ਚੀਜ਼ਾਂ ਇਹ ਕਰਦਾ ਹੀ ਪੜ੍ਹਿਆ ਲਿਖਿਆ ਵਰਗ ਆ। ਜਿਹੜਾ ਪੜ੍ਹਿਆ ਲਿਖਿਆ ਵਰਗ ਆ ਨਾ, ਉਹ ਅੰਨਾ ਹੋ ਕੇ ਇਹਨਾਂ ਦੇ ਮਗਰ ਜਾਂਦਾ। ਜਦੋਂ ਉਹ ਜਾਂਦਾਗਾ ਨਾਲ ਉਹਨਾਂ ਦੇ ਹੋਰ ਚਾਰ ਮਿੱਤਰ ਜਾਂਦੇ ਆ, ਫਿਰ ਐਂ ਕਰਕੇ ਸਰਕਲ ਬਣਦਾਗਾ। ਪਰ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਨਾ, ਇਹਨਾਂ ਦਾ ਕੀ ਹੁੰਦਾ ਜੇ ਇੱਕ ਦੋ ਗੱਲਾਂ ਸੱਚ ਹੋ ਜਾਣ, ਜੇ ਪੰਡਤ ਜੀ ਨੇ ਦੱਸਤਾ ਵੀ ਤੁਹਾਡਾ ਵੀਰਵਾਰ ਨੂੰ ਫਲਾਨਾ ਕੰਮ ਬਣ ਜਾਣਾਗਾ ਹਨਾ, ਤੁਹਾਡੇ ਕੇਸ ਦਾ ਫੈਸਲਾ ਹੋ ਜੂ, ਕੇਸ ਦਾ ਫੈਸਲਾ ਚਾਹੇ ਉਹੀ ਆਉਣਾ ਹੋਵੇ, ਇਹ ਉਦਾਂ ਦਾ ਹੀ ਸਿਸਟਮ, ਇਹ ਬਿਲਕੁਲ ਉਦਾਂ ਦਾ ਹੀ ਸਿਸਟਮ ਆ ਜਿਵੇਂ ਪੇਪਰ ਹੁੰਦੇ ਆ ਨਾ, ਪੇਪਰਾਂ ਦੇ ਵਿੱਚ ਵੀ ਜੇ ਸਰਕਾਰੀ ਉਹ ਕਹਿ ਦਿੰਦੇ ਵੀ ਅਸੀਂ ਤੁਹਾਡੇ ਮੁੰਡੇ ਨੂੰ ਆਰਮੀ 'ਚ ਰਖਾ ਦਾਂਗੇ ਜਾਂ ਪਟਵਾਰੀ ਰਖਾ ਦਾਂਗੇ, ਉਹ 10-10 ਲੱਖ ਰੁਪਇਆ ਲੈ ਲੈਂਦੇ ਆ ਜਿਹੜੇ ਵਿਚਾਲੇ ਦਲਾਲ ਹੁੰਦੇ ਆ। ਉਹ ਜਿਹੜਾ ਦਾ ਤੀਰ ਤੁੱਕੇ ਨਾਲ ਕਲੀਅਰ ਹੋ ਜਾਂਦਾਗਾ, ਉਹਨਾਂ ਦਾ ਵੀ ਜੀ ਅਸੀਂ ਕਰਾਤਾ। ਇਦਾਂ ਦੇ ਬੜੇ ਕੇਸ ਫੜੇ ਵੀ ਗਏ ਆ ਬੰਦੇ। ਇੱਥੇ ਇੱਕ ਚੀਜ਼ ਹੋਰ ਵੀ ਹੈ ਰਤਨ, ਵੀ ਜਦੋਂ ਉਹਨਾਂ ਨੇ ਕਹਿਤਾ ਕਿ ਭਾਈ ਤੁਹਾਡਾ ਇਸ ਤਰੀਕ ਨੂੰ ਕੇਸ ਜਿਹੜਾ ਸੋਲਵ ਹੋ ਜਾਊਗਾ ਜੀ, ਮਤਲਬ ਬੰਦਾ ਵਗ ਜਾਂਦਾ ਕਿ ਜੀ ਯਾਰ ਇਸ ਬਾਬੇ ਨੇ ਕਿਹਾ ਮੇਰਾ ਤਾਂ ਕੇਸ ਸੋਲਵ ਹੋ ਜਾਊਗਾ, ਤੇ ਭਾਈ ਜੇ ਉਸ ਦਿਨ ਕੇਸ ਤੁਹਾਡਾ ਸੋਲਵ ਹੋ ਜਾਂਦਾ ਫਿਰ ਤਾਂ ਤੁਸੀਂ ਉਸ ਬਾਬੇ ਨੂੰ ਮੰਨਦੇ ਹੋ ਵੀ ਸਾਡਾ ਤਾਂ ਗੁਰੂ ਹੀ ਇਹ ਆ। ਜੇ ਕੇਸ ਸੋਲਵ ਨਹੀਂ ਨਾ ਹੁੰਦਾ, ਤੁਸੀਂ ਬਾਬੇ ਕੋਲੇ ਜਾਂਦੇ ਹੋ ਕਿ ਬਾਬਾ ਜੀ ਸਾਡਾ ਕੇਸ ਸੋਲਵ ਨਹੀਂ ਹੋਇਆ, ਤਾਂ ਬਾਬੇ ਨੇ ਤੁਹਾਨੂੰ ਇਹ ਨਹੀਂ ਕਹਿਣਾ ਕਿ ਭਾਈ ਮੈਂ ਗਲਤ ਸੀ, ਮੈਂ ਤੁਹਾਨੂੰ ਵਹਿਮ ਭਰਮ ਦੇ ਵਿੱਚ ਪਾਇਆ, ਸਗੋਂ ਬਾਬਾ ਇਹ ਕਹੂਗਾ ਕਿ ਤੁਹਾਡੇ ਦੇ ਵਿੱਚ ਆਹ ਅੜਚਨ ਆ ਰਹੀ ਆ, ਤੇ ਉਸ ਅੜਚਨ ਨੂੰ ਦੂਰ ਕਰਨਾ ਤਾਂ ਉਪਾਅ ਇੱਕ ਹੋਰ ਕਰਨਾ ਪਊ, ਤੇ ਤੁਹਾਨੂੰ ਇੰਨੇ ਉਪਾਅ ਦੇ ਵਿੱਚ ਫਸਾ ਦਿੱਤਾ ਜਾਂਦਾ, ਤੁਸੀਂ ਉਸ ਉਪਾਅ ਦੇ ਜਾਲ ਦੇ ਵਿੱਚ ਫਸ ਕੇ ਜਿਹੜਾ ਆ ਉਹ ਚੀਜ਼ ਕਰਕੇ ਹੀ ਰਹਿ ਜਾਂਦੇ ਹੋ। ਸਹੀ ਗੱਲ ਹੈ। ਹਾਂ, ਅੰਨੀ ਭਗਤੀ ਵੀ ਮਾਂਜਦੀ ਹੈ ਨਾ। ਤੁਸੀਂ ਦੇਖਿਆ ਨਹੀਂ ਪਿੱਛੇ ਰਾਮ ਰਹੀਮ ਨਾਲ ਕਿਵੇਂ ਹੋਇਆ, ਕਿੰਨੇ ਇਹਨਾਂ ਦੇ ਫਾਲੋਅਰਸ ਜੁੜੇ, ਕਿੰਨੇ ਲੋਕ ਇਹਨਾਂ ਦੇ ਨਾਲ ਜੁੜੇ, ਉਦੋਂ ਬਾਅਦ ਕਿੰਨਾ ਕੁਝ ਹੋਇਆਗਾ, ਕਿੰਨਾ ਕੁਝ ਨਿਕਲਿਆ ਇਹਨਾਂ ਦੇ ਬਾਰੇ। ਹਾਲਾਂਕਿ ਐਲੀਗੇਸ਼ਨ ਪਹਿਲਾਂ ਹੀ ਲੱਗਦੇ ਸੀ, ਲੋਕਾਂ ਨੂੰ ਪਤਾ ਸੀਗਾ, ਕੋਈ ਬੋਲ ਨਹੀਂ ਰਿਹਾ ਸੀ, ਪਰ ਜਦੋਂ ਸਿੱਧੋ ਫਿਰ ਕਿੰਨੇ ਜਣੇ ਬੋਲੇ। ਪਰ ਅੰਨੀ ਭਗਤੀ ਹਰੇ ਵੀ ਚਾਲੂ ਆ, ਹਰੇ ਵੀ। ਉਹ ਇੱਕ ਬਾਬੇ ਨੂੰ ਕਹਿੰਦੇ ਉਹਦੇ 'ਚ ਫ੍ਰਿਜ 'ਚ ਹੀ ਬੰਦ ਕਰੀ ਬੈਠੇ ਕਿੰਨੇ ਸਾਲਾਂ ਦੇ, ਹਜੇ ਕਹਿੰਦੇ ਵੀ ਉਹ ਵੀ ਕਹਿੰਦੇ ਆਉਣਗੇ। ਇਹ ਹੋ ਸਕਦਾ ਗਾ, ਕਦੇ ਪੋਸੀਬਲ ਹੈਗਾ। ਲੀਡਰਾਂ ਨੂੰ ਵੀ ਪਤਾ ਹੁੰਦਾ, ਲੀਡਰ ਵੀ ਫਿਰ ਉੱਥੇ ਜਾਂਦੇ ਨੇ। ਤੇ ਇੱਥੋਂ ਤੱਕ ਕਿ ਬਾਬਿਆਂ ਨੇ ਹੁਣ ਫਿਲਮਾਂ ਵੀ ਬਣਾਈ, ਤੁਸੀਂ ਦੇਖਿਆ ਹੀ ਆ ਰਹੀਮ ਨੇ ਕਿੱਥੋਂ ਤੱਕ ਕੀ ਕੁਛ ਕਰਿਆ ਹੈਗਾ। ਤੇ ਉਦੋਂ ਬਾਅਦ ਉਹਨਾਂ ਦੇ ਆਸਾਰਾਮ ਦੇਖ ਲਓ, ਤੇ ਆਹੀ ਚੀਜ਼ ਬਾਬਾ ਰਾਮਦੇਵ ਦੀ ਨਿਕਲਣੀ ਹੈ। ਚਾਹੇ ਉਹ ਕਹਿੰਦਾ ਮੈਂ ਯੋਗ ਸਿਖਾਉਣਾਗਾ, ਪਰ ਉਹ ਬਿਜ਼ਨਸ ਵੀ ਕਰ ਰਿਹਾ ਹੈਗਾ। ਬਿਲਕੁਲ, ਉਹ ਵੀ ਲੋਕਾਂ ਨੂੰ ਇੱਕ ਚੀਜ਼ ਯੋਗ ਜੇ ਦੇ ਰਿਹਾ ਹੈਗਾ, ਯੋਗ ਕਹਿੰਦੇ ਵੀ ਵਧੀਆ ਚੀਜ਼ ਆ, ਪਰ ਉਹਦੇ ਪਿੱਛੇ ਕਿੱਡੀ ਵੱਡੀ ਉਹਨੇ ਆਪਦੀ ਇੰਡਸਟਰੀ ਖੜੀ ਕਰਤੀ, ਤੇ ਹਰ ਬ੍ਰਾਂਡ ਖੜਾ ਕਰਤਾ, ਤੇ ਹਰ ਚੀਜ਼ ਆਉਂਦੀ ਆ ਬਾਬਾ ਰਾਮਦੇਵ ਦੀ। ਸਾਰਾ ਕੁਝ ਪਖੰਡਵਾਦ ਆ। ਤੇ ਜਿਹੜੀਆਂ ਤੇ ਇੱਥੋਂ ਤੱਕ ਕਿ ਫਿਰ ਕਹਿ ਦਿੰਦੇ ਆ ਵੋਟਾਂ ਦੇ ਨੇੜੇ ਜਾ ਕੇ ਵੀ ਫਲਾਨੀ ਪਾਰਟੀ ਨੂੰ ਸਮਰਥਨ ਦੇਤਾ ਜੀ ਫਲਾਨਿਆਂ ਨੇ। ਪੰਜਾਬ 'ਚ ਵੀ ਆਹੀ ਰੌਲਾ ਨਾ, ਡੇਰੇ ਸੱਚੇ ਸੌਦੇ ਦਾ ਆਹੀ ਸਿਆਪਾ ਪਾਇਆ ਹੋਣਾ ਇਹਨਾਂ ਦਾ, ਸਾਰਾ ਸਿਸਟਮ ਆ ਨਾ। ਇਹ ਸਾਰੇ ਐਂ ਚਲਾਇਆ ਵਾ, ਚਾਹੇ ਉਹ ਰਾਧਾ ਸਵਾਮੀ ਡੇਰੇ ਦੀ ਗੱਲ ਕਰ ਲਓ, ਚਾਹੇ ਕਿਸੇ ਦੀ ਮਰਜ਼ੀ ਗੱਲ ਕਰ ਲਓ। ਪਰ ਅਸਲ ਦੇ ਵਿੱਚ ਪੁਆਇੰਟ ਆ ਕੇ ਇੱਥੇ ਖੜਾ ਹੁੰਦਾਗਾ, ਲੋਕਾਂ ਨੂੰ ਜਾਗਰੂਕ ਹੋਣਾ ਪਊਗਾ। ਪਰ ਲੋਕਾਂ ਨਾਲੋਂ ਪਹਿਲਾਂ ਜਿਹੜੀਆਂ ਸੰਸਥਾਵਾਂ ਸਾਡੇ ਲਈ ਬਣੀਆਂ ਸੀਗੀਆਂ, ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਹੀ ਬਣ ਗਏ, ਇਹਨਾਂ ਦੀਆਂ ਜੇਬਾਂ ਦੇ ਵਿੱਚ ਪੈ ਗਏ। ਜਿਵੇਂ ਇਹ ਕਹਿੰਦੇ ਆ ਉਵੇਂ ਕਰਦੇ ਨੇ ਉਹ ਲੋਕ। ਜੇ ਉਹ ਲੋਕ ਜਾਗਰੂਕ ਹੋਣ ਨਾ, ਫਿਰ ਕਿਤੇ ਨਾ ਕਿਤੇ ਉਹ ਹੁੰਦਾਗਾ। ਪਿਛਲੇ ਦਿਨੀ ਕਿੰਨੀਆਂ ਬੇਅਦਬੀਆਂ ਹੋਈਆਂ, ਜਦੋਂ ਬਗਰਾੜੀ ਬੇਅਦਬੀ ਹੋਈ, ਕਿੱਡਾ ਵੱਡਾ ਹੁਣ ਇਹ ਇਸ਼ੂ ਬਣਿਆ ਹੋਇਆ। ਸੌਰੀ ਜੇ ਆਪਾਂ ਕਹਿ ਦਈਏ ਵੀ 2017 ਦੀਆਂ ਵੋਟਾਂ ਇਹ ਇਸ਼ੂ ਦੇ ਉੱਤੇ, ਐਤਕੀ ਫੇਰ ਆਹੀ ਇਸ਼ੂ ਨੂੰ ਪੂਰਾ ਹਾਈਲਾਈਟ ਕਰਿਆ ਵਾ। ਪਰ ਜਿਹੜੀਆਂ ਬੇਅਦਬੀਆਂ ਆਹ ਸਰਕਾਰ ਦੇ ਵਿੱਚ ਹੋਣਗੀਆਂ, ਉਹਦੀ ਜਵਾਬਦੇਹੀ ਕੌਣ ਦੇਊਗਾ? ਅਸੀਂ ਇਹ ਸਰਕਾਰ ਨੂੰ ਆਈ ਨਹੀਂ ਕਹਿੰਦੇ ਵੀ ਪਹਿਲਾਂ ਵਾਲੇ ਚੰਗੇ ਸੀ। ਸਰਕਾਰਾਂ ਕੋਈ ਵੀ ਨਹੀਂ, ਸਰਕਾਰਾਂ ਹਮੇਸ਼ਾ ਹੀ ਲੋਕਾਂ ਨਾਲ ਰਾਜੇ ਅਤਿਆਚਾਰ ਹੀ ਕਰਦੇ ਹੁੰਦੇ ਆ। ਕੋਈ ਹੀ ਹੁੰਦਾ ਰਾਜਾ ਹਰੀਸ਼ ਚੰਦਰ ਵਰਗਾ, ਨਹੀਂ, ਰਾਜੇ ਅਤਿਆਚਾਰ ਹੀ ਕਰਦੇ ਹੋਏ ਆ। ਪਰ ਸੰਗਰੂਰ ਦੇ ਵਿੱਚ ਆਵਾਜ਼ ਉੱਠੀ ਸੀ, ਪਰ ਉਦੋਂ ਬਾਅਦ ਉਹ ਆਵਾਜ਼ ਨੱਪ ਲਈ ਗਈ। ਕਿਉਂ ਨੱਪੀ ਗਈ? ਇਹ ਵੀ ਬੜਾ ਵੱਡਾ ਸਵਾਲ ਆ। ਅੱਛਾ, ਇੱਥੇ ਇੱਕ ਰਤਨ ਨੇ ਹੋਰ ਚੀਜ਼ ਕਹੀ ਆ। ਜਦੋਂ ਰਾਮਦੇਵ ਦੀ ਗੱਲ ਚੱਲੀ ਤਾਂ ਮੇਰੇ ਦਿਮਾਗ ਦੇ ਵਿੱਚ ਆ ਗਿਆ ਰਤਨ, ਜਦੋਂ ਤੁਸੀਂ ਕਿਹਾ ਨਾ ਕਿ ਮਤਲਬ ਉਹ ਵੱਡੇ ਅੰਪਾਇਰ ਉਹਨੇ ਜਿਹੜੇ ਖੜੇ ਕਰ ਲਏ ਜੀ,
ਸ਼ਾਇਦ ਜੇਕਰ ਇਹ ਸਵਾਲ ਰਾਮਦੇਵ ਤੱਕ ਪਹੁੰਚੂਗਾ, ਬਾਬਾ ਰਾਮਦੇਵ ਤੱਕ ਪਹੁੰਚੂਗਾ, ਤਾਂ ਕਿ ਉਹ ਕਹਿੰਦਾ ਕਿ ਮੈਂ ਤਾਂ ਯਾਰ ਯੋਗ ਗੁਰੂ ਆ, ਯੋਗ ਗੁਰੂ ਕਰਕੇ ਮੈਨੂੰ ਲੋਕ ਦੇ ਹੀ ਜਾਂਦੇ ਆ। ਮੈਂ ਇਦਾਂ ਦੇ ਬਾਬਾ ਜੀ ਤੁਹਾਨੂੰ ਬੜੇ ਯੋਗ ਟੀਚਰ ਦੇ ਨਾਲ ਮਿਲਾ ਸਕਦਾ ਜਿਹੜੇ ਬੜੇ ਟਾਈਮ ਤੋਂ ਯੋਗ ਕਰਵਾ ਰਹੇ ਆ ਲੋਕਾਂ ਨੂੰ ਸਵੇਰੇ ਹੱਥ ਨੇ, ਤੇ ਸ਼ਾਇਦ ਉਹ ਕਿਰਾਏ ਦੀ ਜਿਹੜੀ ਆ ਬਿਲਡਿੰਗ ਲਈ ਹੁੰਦੀ ਆ ਕਿਰਾਇਆ ਦੇਣ ਜੋਗੇ ਹੀ ਰਹਿ ਗਏ, ਕਿਰਾਇਆ ਦੇਣ ਜੋਗੇ ਹੀ ਉਹ ਰਹਿ ਗਏ ਆ, ਉਹਨਾਂ ਤੋਂ ਤਾਂ ਹਲੇ ਤੱਕ ਬਣਿਆ ਨਹੀਂ। ਉਹ ਵੀ ਯੋਗਾ ਦੇ ਟੀਚਰ ਹੀ ਆ। ਤੇ ਤੁਸੀਂ ਇੰਨਾ ਕੁਝ ਜਿਹੜਾ ਇਹ ਕਿਵੇਂ ਬਣਾ ਗਏ? ਹਾਲਾਂਕਿ ਅਸੀਂ ਚਲੋ ਇਸ ਚੀਜ਼ ਤੇ ਸਵਾਲ ਨਹੀਂ ਖੜਾ ਕਰਦੇ, ਪਰ ਗੱਲ ਸੋਚਣ ਵਾਲੀ ਆ। ਇਹ ਬਾਬੇ ਹੁੰਦੇ ਆ ਜਿਹੜੇ, ਜੇ ਚਲੋ ਇੱਕ ਵਾਰੀ ਮੰਨ ਲਈਏ ਭਾਈ ਕਿ ਇਹ ਜਿਹੜੇ ਆ ਲੋਕਾਂ ਦਾ ਭਲਾ ਕਰਦੇ ਆ, ਕਦੇ ਤੁਸੀਂ ਇਹਨਾਂ ਬਾਬਿਆਂ ਦੀ ਸੰਪਤੀ ਤੇ ਜਾ ਕੇ ਦੇਖਿਆ ਕਿ ਕਿੰਨੀ ਆ? ਜਦੋਂ ਇਹ ਇਸ ਕੈਟੇਗਰੀ ਦੇ ਵਿੱਚ ਆਏ ਸੀ ਉਦੋਂ ਇਹਨਾਂ ਕੋਲੇ ਕਿੰਨੇ ਪੈਸੇ ਸੀ ਤੇ ਅੱਜ ਕਿੰਨੇ ਪੈਸੇ ਆ? ਕਦੇ ਇਸ ਚੀਜ਼ ਤੇ ਗੌਰ ਫਰਮਾ ਕੇ ਦੇਖਿਆ? ਜੇ ਇਹਨਾਂ ਨੇ ਭਲਾਈ ਕਰਨਾ ਹੁੰਦਾ, ਇਹਨਾਂ ਕੋਲੇ ਹਰ ਤਬਕਾ ਜਾਂਦਾ ਆ, ਲਾਲ ਲਕੀਰ ਤੋਂ ਹੇਠਲੇ ਵੀ ਜਾਂਦੇ ਆ, ਲਾਲ ਲਕੀਰ ਤੋਂ ਉੱਪਰਲੇ ਵੀ ਜਾਂਦੇ ਆ, ਤਾਂ ਫਿਰ ਇਹ ਲਾਲ ਲਕੀਰ ਤੋਂ ਹੇਠਲਿਆਂ ਨੂੰ ਇੰਨਾ ਕੁ ਪੈਸਾ ਕਿਉਂ ਨਹੀਂ ਦੇ ਦਿੰਦੇ? ਜੇਕਰ ਇਹਨਾਂ ਦੀ ਸਿੱਧੀ ਰੱਬ ਦੇ ਨਾਲ ਹੁੰਦੀ ਆ ਤਾਂ ਇਹ ਰੱਬ ਨੂੰ ਕਹਿ ਕੇ ਇੰਨਾ ਕੁ ਕਿਉਂ ਨਹੀਂ ਗਰੀਬਾਂ ਨੂੰ ਦਬਾਅ ਦੇ ਕੇ ਭਾਈ ਕੋਈ ਵੀ ਜਿਹੜਾ ਭੁੱਖਾ ਨਾ ਸੌਵੇ? ਜੇਕਰ ਬਾਬਿਆਂ ਕੋਲੇ ਇੰਨੀ ਹੀ ਸ਼ਮਤਾ ਹੈਗੀ ਆ ਤਾਂ ਸਾਡੇ ਦੇਸ਼ ਦੇ ਵਿੱਚ ਲੋਕ ਫੁੱਟਪਾਥਾਂ ਤੇ ਕਿਉਂ ਸੌਂਦੇ ਆ? ਸਾਡੇ ਦੇਸ਼ ਦੇ ਵਿੱਚ ਲੋਕ ਜਿਹੜੇ ਆ ਉਹ ਭੁੱਖੇ ਕਿਉਂ ਸੌਂਦੇ ਆ ਜੇ ਇਹਨਾਂ ਕੋਲ ਇੰਨੀ ਕੁ ਸ਼ਮਤਾ ਹੈਗੀ ਆ? ਰਤਨ, ਇਹੀ ਗੱਲ ਆ ਕਿ ਯਾਰ ਜੇਕਰ ਇਹ ਇੰਨੀ ਕੁ ਸੰਪਤੀ ਦੇ ਇੰਨੇ ਕੁ ਮਾਲਕ ਹੈਗੇ ਇੰਨੀ ਕੁ ਸੰਪਤੀ ਦੇ, ਤਾਂ ਫਿਰ ਇਹ ਕਿਉਂ ਨਹੀਂ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਚੇਲੇ ਉਹਨਾਂ ਦੇ ਵਿੱਚ ਵੰਡ ਦਿੰਦੇ ਆ? ਜਿਹੜੇ ਇਹਨਾਂ ਦੇ ਭਗਤ ਆ ਉਹਨਾਂ 'ਚ ਵੰਡ ਦਿੰਦੇ, ਕਿਉਂ ਨਹੀਂ ਵੰਡਦੇ? ਇਹਨਾਂ ਨੇ ਕਿਉਂ ਵੰਡਣਾਗਾ ਜੀ? ਮਾਇਆ ਚੀਜ਼ ਹੀ ਐਸੀ ਆ, ਮਾਇਆ ਨੂੰ ਕੌਣ ਵੰਡੂਗਾ? ਤੁਸੀਂ ਆਪ ਦੇਖ ਲਓ ਅੱਜ ਕਿੱਡੀ ਮਾੜੀ ਘਟਨਾ ਹੋਈ ਆ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ। 500 ਰੁਪਏ ਪਿੱਛੇ ਇੱਕ ਮੁੰਡੇ ਨੇ ਦੂਜਾ ਮੁੰਡਾ ਮਾਰਤਾ, ਇੱਕ ਨਿਹੰਗ ਸਿੰਘ ਨੇ ਦੂਜਾ ਨਿਹੰਗ ਸਿੰਘ ਮਾਰਤਾ। ਤੁਸੀਂ ਦੇਖੋ ਤਰਾਸਦੀ ਦੇਖੋ 500 ਰੁਪਏ ਪਿੱਛੇ। ਤੇ ਇਹ ਘਟਨਾ ਇੱਕ ਨਹੀਂ, ਇਦਾਂ ਦੀਆਂ ਕਿੰਨੀਆਂ ਹੀ ਘਟਨਾਵਾਂ ਕਿਵੇਂ ਹੁੰਦੀਆਂ ਗਈਆਂ। ਪਿਛਲੇ ਦਿਨੀ ਇੱਕ ਆਪਾਂ ਨੂੰ ਤਸਵੀਰਾਂ ਦਿਸੀਆਂ ਸੀ ਵੀ ਇੱਕ ਕਿਸੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀਗਾ, ਉੱਥੇ ਉਹ ਕੇਕ ਉਹਦੇ ਮੂੰਹ ਤੇ ਲੱਗਦਾ, ਗੁੱਸੇ ਦੇ ਵਿੱਚ ਕਿਵੇਂ ਫਾਇਰਿੰਗ ਹੋਈ, 2 ਮੁੰਡਿਆਂ ਦੀ ਮੌਤ ਹੋਈ। ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨਾ, ਇਹ ਕਿਉਂ ਆਉਂਦੀਆਂ ਗਈਆਂ? ਕਿਉਂਕਿ ਅਸੀਂ ਲੋਕ ਅੰਨੇ ਆ, ਸਾਨੂੰ ਕੁਝ ਨਹੀਂ ਪਤਾ ਲੱਗਦਾ। ਜੇ ਅਸੀਂ ਅੰਨੇ ਨਾ ਹੋਈਏ, ਇਹਨਾਂ ਦਾ ਜਿਹੜੇ ਤੁਸੀਂ ਬੈਕਗਰਾਉਂਡ ਵਾਲੀ ਗੱਲ ਕਰੀ, ਕੀ ਕਦੇ ਕਿਸੇ ਨੇ ਜਾਣਨਾ ਚਾਹਿਆ ਵੀ ਸਰਸੇ ਵਾਲੇ ਦਾ ਕੀ ਬੈਕਗਰਾਉਂਡ ਸੀਗਾ, ਰਾਮ ਰਹੀਮ ਦਾ ਕੀ ਬੈਕਗਰਾਉਂਡ ਸੀ, ਜਾਂ ਭਨਿਆਰੇ ਵਾਲੇ ਦਾ ਕੀ ਬੈਕਗਰਾਉਂਡ ਸੀਗਾ, ਜਾਂ ਰਾਧਾ ਸਵਾਮੀਆਂ ਦਾ ਕੀ ਬੈਕਗਰਾਉਂਡ ਸੀ, ਬਾਬੇ ਰਾਮਦੇਵ ਦਾ ਕੀ ਬੈਕਗਰਾਉਂਡ ਸੀ? ਜਦੋਂ ਇਹ ਸਕਰੀਨਾਂ ਦੇ ਉੱਤੇ ਆਉਂਦੇ ਆ ਜਾਂ ਇੰਟਰਵਿਊਜ਼ ਦੇ ਵਿੱਚ ਇਹਨਾਂ ਨੂੰ ਬਿਠਾਇਆ ਜਾਂਦਾ ਵੱਡੇ ਨੈਸ਼ਨਲ ਮੀਡੀਆ ਦੇ ਉੱਤੇ, ਉਦੋਂ ਇਹ ਕਹਿੰਦੇ ਆ ਬਾਬਾ ਰਾਮ ਰਹੀਮ ਤਾਂ ਇੱਥੋਂ ਤੱਕ ਵੀ ਕਹਿੰਦਾ ਸੀ, ਉਹ ਕਹਿੰਦਾ ਮੈਂ ਵਿਰਾਟ ਕੋਹਲੀ ਨੂੰ ਮਹੀ ਕ੍ਰਿਕਟ ਸਿਖਾਈ ਆ। ਹੁਣ ਤਾਂ ਇੱਥੋਂ ਤੱਕ ਵੀ ਕਹਤਾ ਸੀ, ਉਹ ਤਾਂ ਬੜਾ ਕੁਝ ਕਹਿੰਦਾ ਸੀ, ਉਹ ਤਾਂ ਆਪਦੀਆਂ ਫਿਲਮਾਂ ਦਾ ਆਪ ਹੀ ਡਾਇਰੈਕਟਰ, ਕਦੇ ਬਾਬੇ ਫਿਲਮਾਂ ਬਣਾਉਂਦੇ ਹੁੰਦੇ ਆ। ਇਹਦਾ ਲੋਕਾਂ ਨੂੰ ਸਮਝਣਾ ਪਊ ਨਾ, ਖਾਸ ਕਰਕੇ ਉਹਨਾਂ ਨੂੰ ਫਿਰ ਜਿਹੜੇ ਪੋਲੀਟੀਕਲ ਲੋਕ ਇਹਨਾਂ ਦੇ ਜਾ ਕੇ ਚਰਨਾਂ 'ਚ ਪੈਂਦੇ ਆ ਵੋਟਾਂ ਵਾਲੇ, ਕਿਉਂਕਿ ਇਹ ਜਿਹੜਾ ਪੋਲੀਟੀਕਲ ਸਿਸਟਮ ਆ ਤੇ ਬਾਬਿਆਂ ਵਾਲਾ ਸਿਸਟਮ ਆ, ਅਸਲ ਦੇ ਵਿੱਚ ਇਹ ਦੇਸ਼ ਸਾਰਾ ਇਹਦੇ ਤੇ ਹੀ ਨਿਰਭਰ ਹੋ ਚੁੱਕਿਆ ਤੇ ਏਜੰਸੀਆਂ ਆਪਦੇ ਹਿਸਾਬ ਨਾਲ ਇਹਨਾਂ ਨੂੰ ਚਲਾ ਰਹੀਆਂ ਗਈਆਂ ਜਿਵੇਂ ਲੋੜ ਲੱਗਦਾ ਗਾ। ਜਦੋਂ ਹੁਣ ਪੈਦਾ ਕਰਨਾ ਸੀ ਉਦੋਂ ਨੂੰ ਪੈਦਾ ਕੀਤਾ ਗਿਆ, ਕੀ ਪਹਿਲਾਂ ਪਤਾ ਨਹੀਂ ਸੀ ਵੀ ਰਾਮ ਰਹੀਮ ਇਦਾਂ ਦਾ ਗਾ? ਕੀ ਪਤਾ ਨਹੀਂ ਸੀ ਵੀ ਰਾਮ ਰਹੀਮ ਨੇ ਇਹ ਕੁਛ ਕੀਤਾ ਗਾ? ਬਿਲਕੁਲ। ਕੀ ਪਹਿਲਾਂ ਪਤਾ ਨਹੀਂ ਸੀ ਵੀ ਰਾਮ ਰਹੀਮ ਨੇ ਇੰਨੇ ਬੰਦਿਆਂ ਨੂੰ ਮਰਵਾਇਆ ਗਾ? ਪਰ ਬਾਅਦ ਦੇ ਵਿੱਚ ਜਦੋਂ ਉਹਨੂੰ ਫਿਰ ਖਤਮ ਕਰਨਾ ਸੀ, ਇਹ ਬਿਲਕੁਲ ਉਵੇਂ ਹੀ ਆ, ਪਹਿਲਾਂ ਤਾਂ ਬਣਾਏ ਜਾਂਦੇ ਆ ਫਿਰ ਢਾਈ ਵੀ ਜਾਂਦੇ ਆ। ਹਾਂ, ਪਰ ਲੋਕ ਸਮਝਣ ਨਾ, ਪਰ ਆਪਾਂ ਲੋਕਾਂ ਦੇ ਵਿੱਚ ਉਹੀ ਦੇਖਦੇ ਆ ਵੀ ਇੱਕ ਪਿੰਡ ਤੋਂ ਸ਼ੁਰੂ ਹੋ ਕੇ ਵੱਡੇ ਸ਼ਹਿਰਾਂ ਤੱਕ, ਚਾਹੇ ਉਹ ਅਨਪੜ੍ਹਿਆ ਹੋਵੇ, ਚਾਹੇ ਉਹ ਪੜ੍ਹਿਆ ਲਿਖਿਆ ਵਰਗ ਹੋਵੇ, ਚਾਹੇ ਅਮੀਰ ਹੋਵੇ, ਮਿਡਲ ਕਲਾਸ ਹੋਵੇ, ਚਾਹੇ ਉਹ ਗਰੀਬ ਹੋਵੇ, ਸਾਰੇ ਅੰਨੀ ਭਗਤੀ ਦੇ ਵਿੱਚ ਰਹਿੰਦੇ ਨੇ ਜੀ। ਸੋ ਇਹ ਜਿਹੜੀ ਵਿਚਾਰ ਚਰਚਾ ਅੱਜ ਦੀ ਸੀ, ਇਹ ਵਿਚਾਰ ਚਰਚਾ ਪਖੰਡੀ ਬਾਬਿਆਂ ਤੇ ਸੀ, ਉਹਨਾਂ ਬਾਬਿਆਂ ਤੇ ਸੀ ਜਿਨ੍ਹਾਂ ਪਿੱਛੇ ਸਾਡੇ ਲੋਕ ਅੰਨੇ ਭਗਤ ਆ, ਸਾਡੇ ਲੋਕ ਅੰਨੇ ਭਗਤ ਹੈਗੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਸਵਾਲੀਆ ਚਿੰਨ੍ਹ ਨਹੀਂ। ਇੱਥੇ ਇਹ ਨਹੀਂ ਕਹਿ ਸਕਦੇ ਕਿ ਸਿਰਫ ਅਨਪੜ੍ਹ ਵਰਗ ਆ, ਪੜ੍ਹਿਆ ਲਿਖਿਆ ਬੜਾ ਵਰਗ ਆ। ਮੈਂ ਕਹਿੰਦਾ ਅਨਪੜ੍ਹ ਵਰਗ ਸ਼ਾਇਦ ਨਹੀਂ ਹੋਣਾ, ਪੜ੍ਹਿਆ ਲਿਖਿਆ ਵਰਗ ਜਿੰਨਾ ਇਹਨਾਂ ਬਾਬਿਆਂ ਦੇ ਪਿੱਛੇ ਲੱਗਿਆ ਫਿਰਦਾ। ਜਿਵੇਂ ਅਸੀਂ ਗੱਲਬਾਤ ਕੀਤੀ ਹੈ ਕਿ ਸ਼ਾਇਦ ਤੁਸੀਂ ਇਹਨਾਂ ਬਾਬਿਆਂ ਦੀ ਕਦੇ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਪਿਛਲੇ ਸਮੇਂ ਦੌਰਾਨ ਇਹ ਬਾਬਾ ਕਿੱਦਾਂ ਦਾ ਸੀ? ਜੇਕਰ ਤੁਸੀਂ ਉਹਦੇ ਕੋਲੇ ਜਾਣ ਦਾ ਸਮਾਂ ਕੱਢ ਲੈਂਦੇ ਹੋ ਤਾਂ ਬਾਈ ਕਦੇ ਉਹਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਵੀ ਕਰ ਲਿਆ ਕਰੋ ਕਿ ਬਾਬਾ ਕਿੱਦਾਂ ਦਾ ਸੀ, ਤੇ ਇਹਨਾਂ ਦੀ ਕੁਆਲੀਫਿਕੇਸ਼ਨ ਜਾਣਨ ਦੀ ਕੋਸ਼ਿਸ਼ ਕੀਤੀ ਆ। ਸ਼ਾਇਦ ਅਸੀਂ PhDਆਂ ਵਾਲੀ ਵੀ ਇਹਨਾਂ ਦੇ ਕੋਲੇ ਚਲੇ ਜਾਂਦੇ ਹਾਂ, ਮੈਨੂੰ ਲੱਗਦਾ ਸ਼ਾਇਦ ਕੋਈ 5ਵੀਂ ਪਾਸ ਵੀ ਬਹੁਤ ਘੱਟ ਹੋਣਗੇ ਜਾਂ ਫੇਲ ਹੀ ਹੁੰਦੇ ਆ ਇਹ, ਕਿਉਂਕਿ ਇਹ ਇੱਕ ਧੰਦਾ ਆ, ਇਹ ਧੰਦਾ ਬਣਾਇਆ ਹੋਇਆ ਪੈਸੇ ਕਮਾਉਣ ਦਾ ਇੱਕ ਬਿਜ਼ਨਸ ਆ, ਇੱਕ ਵਪਾਰ ਆ। ਕਿਉਂਕਿ ਲੋਕਾਂ ਦੇ ਦਿਮਾਗਾਂ ਦੇ ਨਾਲ ਖੇਡਣਾ, ਲੋਕਾਂ ਨੂੰ ਭਰਮਾਉਣਾ ਕਿਸ ਤਰ੍ਹਾਂ ਦੇ ਨਾਲ, ਚਾਹੇ ਕੋਈ ਕੁੰਡਲੀ ਦੇ ਰੂਪ ਦੇ ਵਿੱਚ ਜਾਂ ਕਿਸੇ ਰੂਪ ਦੇ ਵਿੱਚ, ਵੱਖੋ-ਵੱਖ ਤਰੀਕਿਆਂ ਦੇ ਨਾਲ ਜਿਹੜੇ ਜਾਲ ਆ ਉਹ ਪਾਏ ਜਾਂਦੇ ਆ, ਉਹਨਾਂ ਜਾਲਾਂ ਦੇ ਵਿੱਚ ਲੋਕਾਂ ਨੂੰ ਫਸਾਇਆ ਜਾਂਦਾ। ਜਦੋਂ ਲੋਕ ਚੰਗੀ ਤਰ੍ਹਾਂ ਫਸ ਜਾਂਦੇ ਆ ਤਾਂ ਫਿਰ ਇਹ ਦਲਦਲ ਇੱਦਾਂ ਦੀ ਲੋਕ ਇਹਦੇ ਵਿੱਚ ਧੱਸਦੇ ਹੀ ਤੁਰੇ ਜਾਂਦੇ ਆ, ਫਿਰ ਇਹ ਚੇਨ ਬਣਾਈ ਜਾਂਦੀ ਆ ਕਿ ਭਾਈ ਸਾਡਾ ਤਾਂ ਕੰਮ ਹੋ ਗਿਆ ਹੁਣ ਤੂੰ ਜਾ, ਸਾਡਾ ਤਾਂ ਕੰਮ ਹੋ ਗਿਆ ਹੁਣ ਤੂੰ ਜਾ। ਤਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ। ਇੱਕ ਗੱਲ ਹੋਰ ਵੀ ਇੱਥੇ ਦੱਸਣੀ ਆ ਕਿ ਇਹਨਾਂ ਵੱਲੋਂ ਨਾ ਆਪਦੇ ਏਜੰਟ ਛੱਡੇ ਹੁੰਦੇ ਆ। ਜਦੋਂ ਤੁਸੀਂ ਇਹਨਾਂ ਦੇ ਇਕੱਠਾਂ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਇਹਨਾਂ ਦੇ ਏਜੰਟ ਹੁੰਦੇ ਆ ਜਿਹੜੇ ਸਾਡੇ ਦਿਮਾਗਾਂ ਦੇ ਨਾਲ ਖੇਡਣ ਦੇ ਵਿੱਚ ਜਿਹੜਾ ਆ ਇਹਨਾਂ ਦਾ ਸਹਿਯੋਗ ਦਿੰਦੇ ਆ।
ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਮਝਣੀਆਂ ਪੈਣਗੀਆਂ। ਸਾਨੂੰ ਆਪਣੇ ਖੋਪੜ ਦੇ ਵਿੱਚ ਜਿਹੜੀ ਗੱਲ ਆ ਉਹ ਪਾਉਣੀ ਪਊਗੀ ਕਿ ਜਿਹੜੇ ਇਹ ਪਖੰਡੀ ਸਾਧ ਹੁੰਦੇ ਆ ਸਾਡੇ ਨਾਲ ਖੇਡਦੇ ਕਿਵੇਂ ਆ। ਸਰਕਾਰਾਂ ਦੁਆਰਾ ਬਣਾਏ ਜਾਂਦੇ ਆ, ਸਰਕਾਰਾਂ ਦੁਆਰਾ ਹੀ ਫਿਰ ਨੱਪ ਦਿੱਤੇ ਜਾਂਦੇ ਆ। ਬਣਾਏ ਉਦੋਂ ਜਾਂਦੇ ਆ ਜਦੋਂ ਜ਼ਰੂਰਤ ਹੁੰਦੀ ਆ ਇਹਨਾਂ ਨੂੰ ਵਰਤਿਆ ਜਾਂਦਾ। ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਕਿ ਹੁਣ ਸਾਡੇ ਤੋਂ ਉੱਪਰ ਉੱਠਣ ਲੱਗ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਨੱਪ ਦਿੱਤਾ ਜਾਂਦਾ ਆ। ਪਰ ਖੇਡਿਆ ਕਿਹਨਾਂ ਦੇ ਨਾਲ ਜਾਂਦਾ? ਸਾਡੇ ਆਮ ਲੋਕਾਂ ਦੇ ਨਾਲ। ਵੱਡੇ ਵੱਡੇ ਅਦਾਰੇ ਵੀ ਜਿਹੜੇ ਆ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਆ, ਟਿਕਾ ਕੇ ਯੋਗਦਾਨ ਪਾਉਂਦੇ ਆ, ਡਟ ਕੇ ਯੋਗਦਾਨ ਪਾਉਂਦੇ ਆ। ਸ਼ਾਇਦ ਖਬਰ ਭਾਵੇਂ ਉਹਨਾਂ ਦੀ ਸੱਚੀ ਹੁੰਦੀ ਆ, ਪਰ ਜਿਹੜੇ ਇਹ ਕਾਲੇ ਇਲਮ ਵਾਲੇ ਜਾਂ ਹੋਰ ਬੜੇ ਪਤਾ ਨਹੀਂ ਕਿਹੜੇ ਕਿਹੜੇ ਹੁੰਦੇ ਨੇ ਉਹ ਦਿਖਾਉਂਦੇ ਆ, ਉਹ ਸੱਚੇ ਨਹੀਂ ਹੁੰਦੇ। ਉਹ ਸਿਰਫ ਮਕਸਦ ਕਿਹੜਾ ਕੀ ਹੁੰਦਾ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਤਾਂ ਜੋ ਲੋਕ ਉਸ ਤੋਂ ਬਾਅਦ ਉਹਨਾਂ ਤੱਕ ਆਉਣ। ਤੇ ਸ਼ਾਇਦ ਇਹ ਆਪਣੀ ਲੱਖ, 1.5 ਲੱਖ ਜਾਂ 2 ਲੱਖ ਜਾਂ 2.5 ਲੱਖ ਦੀ ਐਡ ਦੇ ਕੇ ਲੋਕਾਂ ਤੋਂ ਕਰੋੜਾਂ ਰੁਪਏ ਹੀ ਕਮਾ ਜਾਂਦੇ ਆ। ਤੁਹਾਡੀਆਂ ਜੇਬਾਂ ਦੇ ਵਿੱਚੋਂ ਕਰੋੜਾਂ ਰੁਪਏ ਕੱਢ ਕੇ ਲੈ ਜਾਂਦੇ ਆ। ਇਸ ਲਈ ਤਾਂ ਕਹਿੰਦੇ ਆ ਕਿ ਧੰਦਾ ਜਿਹੜਾ ਆ ਨਾ, ਧਰਮ ਦੇ ਨਾਂ ਤੇ ਜਿਹੜਾ ਆ ਜਾਂ ਬਾਬਿਆਂ ਦੇ ਨਾਂ ਤੇ ਜਿਹੜਾ ਆ ਧੰਦਾ ਕੀਤਾ ਜਾ ਰਿਹਾ ਆ। ਧੰਦਾ ਕਰਦੇ ਕੌਣ ਨੇ? ਬਾਬੇ ਲੋਕ। ਉਸ ਤੋਂ ਬਾਅਦ ਅਸੀਂ ਹੱਥ ਬੰਨ੍ਹ ਕੇ ਇਹਨਾਂ ਦੇ ਮੂਹਰੇ ਖੜਦੇ ਹਾਂ। ਵੱਡੇ ਵੱਡੇ ਰਾਜਨੀਤਿਕ ਲੋਕ ਵੀ ਹੱਥ ਬੰਨ੍ਹ ਕੇ ਇਹਨਾਂ ਦੇ ਮੂਹਰੇ ਖੜ ਜਾਂਦੇ ਆ। ਪਰ ਲੋੜ ਆ ਸਮਝਣ ਦੀ, ਲੋੜ ਆ ਸਵਾਲ ਕਰਨ ਦੀ, ਲੋੜ ਆ ਇਹਨਾਂ ਦਾ ਪਿਛੋਕੜ ਜਾਣਨ ਦੀ ਕਿ ਪਿਛੋਕੜ ਕੀ ਰਿਹਾ ਆ। ਜਿਹਨੂੰ ਸ਼ਾਇਦ ਜਿਹਦਾ ਪਿਛੋਕੜ ਸ਼ਾਇਦ ਇੰਨਾ ਕੁ ਗੰਦਾ ਰਿਹਾ, ਉਹ ਤੁਹਾਡਾ ਆਉਣ ਵਾਲਾ ਕੱਲ੍ਹ ਕਿਵੇਂ ਸਵਾਰ ਦੂਗਾ। ਜਿਹੜਾ ਆਪ ਕੁਝ ਨਹੀਂ ਬਣਾ ਸਕਿਆ, ਉਹ ਤੁਹਾਡਾ ਕੱਲ੍ਹ ਕਿਵੇਂ ਬਣਾ ਦੂਗਾ। ਸੋ ਇਦਾਂ ਦੀਆਂ ਰਿਪੋਰਟਸ ਲੈ ਕੇ, ਇਹ ਗੱਲ ਪਤੇ ਦੀ ਪ੍ਰੋਗਰਾਮ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਇਦਾਂ ਦੇ ਵਿਸ਼ੇ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਜੇਕਰ ਤੁਹਾਨੂੰ ਵੀ ਲੱਗਦਾ ਕਿ ਕਿਸੇ ਵਿਸ਼ੇ ਤੇ ਗੱਲਬਾਤ, ਵਿਚਾਰ, ਚਰਚਾ ਹੋਣੀ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ। ਸਾਡੇ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ, ਨੰਬਰਾਂ ਤੇ ਸਾਡੇ ਨਾਲ ਰਾਬਤਾ ਜਿਹੜਾ ਜ਼ਰੂਰ ਕਰ ਸਕਦੇ ਹੋ। ਸਮੇਂ-ਸਮੇਂ ਤੇ ਇਹ ਰਿਪੋਰਟ ਲੈ ਕੇ, ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇਵਾਲ ਤੇ ਮੇਰੇ ਸਹਿਯੋਗੀ ਰਤਨਦੀਪ ਧਾਲੀਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।